8.5 ਬੋਰੀਆਂ ਖਾਦ ਸਾਨੂੰ ਬਿਲਕੁਲ ਫ੍ਰੀ ਦਿੱਤੀ ਹੈ ਫਾਤਮਾ ਫਰਟੀਲਾਈਜ਼ਰ ਨੇ। ਤੇ ਇਹ ਖਾਦ ਦੇਣ ਦਾ ਉਹਨਾਂ ਦਾ ਮੇਨ ਮਕਸਦ ਇਹ ਵੇ ਕਿ ਜੀ ਤੁਸੀਂ ਆਪਣੀ ਫਸਲ ਦੇ ਵਿੱਚ ਡੀਏਪੀ ਦੀ ਬਜਾਏ ਨਾਈਟ੍ਰੋਫਾਸ ਖਾਦ ਇਸਤੇਮਾਲ ਕਰੋ। ਇਹਦੇ ਨਾਲ ਤੁਹਾਡੀ ਪੈਦਾਵਾਰ ਜ਼ਿਆਦਾ ਵਧੇਗੀ। ਇੱਕ ਤਰਫ ਅਸੀਂ ਹੁਣ ਡੀਏਪੀ ਖਾਦ ਤੇ ਯੂਰੀਆ ਖਾਦ ਦਾ ਇਸਤੇਮਾਲ ਕਰਾਂਗੇ, ਦੂਸਰੀ ਤਰਫ ਜਿਹੜੀ ਕਿ ਸਾਨੂੰ ਫਾਤਮਾ ਫਰਟੀਲਾਈਜ਼ਰ ਨੇ ਸੈਂਪਲਿੰਗ ਵਾਸਤੇ ਇਹ ਜਿਹੜੀਆਂ 8.5 ਬੋਰੀਆਂ ਦਿੱਤੀਆਂ ਨੇ ਉਹ ਪਾਵਾਂਗੇ। ਉਹਦੇ ਚੋਂ ਸਾਨੂੰ 3.5 ਬੋਰੀ ਨਾਈਟ੍ਰੋਫਾਸ, 4 ਬੋਰੀ ਕੈਨ ਗਵਾਰਾ ਤੇ 1 ਬੋਰੀ SOP ਦੀ ਦਿੱਤੀ ਹੈ। ਸਾਡੇ ਨਾਲ ਮੌਜੂਦ ਨੇ ਫਾਤਮਾ ਫਰਟੀਲਾਈਜ਼ਰ ਦੇ ਰਿਪਰੈਜ਼ੈਂਟੇਟਿਵ ਰਾਣਾ ਅਮਜਦ ਸਾਹਿਬ। ਰਾਣਾ ਸਾਹਿਬ, ਆਮ ਤੌਰ ਤੇ ਸਾਡੀ ਜਿਹੜੀ ਪੈਦਾਵਾਰ ਆਉਂਦੀ ਹੈ ਅਸੀਂ ਡੀਏਪੀ ਦਾ ਇਸਤੇਮਾਲ ਕਰਨੇ ਆ 20 ਮਣ 22 ਮਣ ਤੱਕ ਰਹਿੰਦੀ ਹੈ ਕਪਾਹ ਦੀ ਜੀ, ਤੇ ਇੰਨੀ ਖਾਦ ਮਾਸ਼ਾਅੱਲਾ ਅਗਰ ਅਸੀਂ ਇਸਤੇਮਾਲ ਕਰਨੇ ਆ ਸਾਡੀ ਪੈਦਾਵਾਰ ਕਿੰਨੀ ਵਧੇਗੀ? ਅਸਲ ਵਿੱਚ ਇਹਦੇ ਵਿੱਚ ਇਹ ਹੈਗਾ ਕਿ ਕਾਸ਼ਤਕਾਰ ਜਿਹੜੇ ਨਾ ਉਹ ਅੰਡਰ ਡੋਜ਼ ਰਹਿੰਦੇ। ਅੰਡਰ ਡੋਜ਼ ਰਹਿਣ ਦੀ ਵਜ੍ਹਾ ਤੋਂ ਜਿਹੜਾ ਨਾ ਖਾਦ ਦਾ ਜਿਹੜਾ ਹੱਕ ਹੈਗਾ ਉਹ ਅਸੀਂ ਜ਼ਮੀਨ ਦੇ ਵਿੱਚ ਪਾਉਂਦੇ ਹੀ ਨਹੀਂ। ਸਹੀ ਹੈ। ਡੀਏਪੀ ਤੇ ਯੂਰੀਆ ਸਾਡੀ ਜ਼ਮੀਨ ਪਹਿਲੇ ਹੀ 8.5 ਤੇ 9 ਡਿਗਰੀ ਤੇ ਜਿਹੜੀ ਪੀਐਚ ਲੈਵਲ ਹੈਗਾ, ਤੇ ਨਾਈਟ੍ਰੋਫਾਸ ਜਿਹੜੀ ਉਹ 3.5 ਪੀਐਚ ਵਾਲੀ ਪੂਰੀ ਇਸਤੇਮਾਲ ਹੁੰਦੀ ਹੈ। ਸਹੀ ਹੈ। ਤੇ ਉਸ ਦੇ ਨਾਲ ਗਵਾਰਾ ਅਸੀਂ ਕਹਿੰਦੇ ਆ ਕਿ ਹਵਾ ਦੇ ਵਿੱਚ ਨਹੀਂ ਉੱਡਦੀ। ਗਵਾਰਾ ਖਾਦ ਤੇ ਨਾਈਟ੍ਰੋਫਾਸ, ਫਾਸਫੋਰਸ ਤੇ ਨਾਈਟ੍ਰੋਜਨ ਦੀ ਤੇਜ਼ਾਬੀ ਖਾਦਾਂ ਤੁਸੀਂ ਇਸਤੇਮਾਲ ਕਰੋਗੇ ਤੇ ਜ਼ਮੀਨ ਦੋਸਤ ਵੀ ਹੈ ਤੇ ਮੌਸਮ ਦੇ ਹਵਾਲੇ ਨਾਲ ਵੀ ਤੁਹਾਡੀ ਰਕਬਿਆਂ ਦੇ ਵਾਸਤੇ, ਪੈਦਾਵਾਰ ਦੇ ਵਾਸਤੇ ਬਹੁਤ ਬਿਹਤਰੀਨ ਹੈ। ਤੇ ਦੂਸਰੀ ਗੱਲ ਇਹ ਵੇ ਕਿ ਇਹ ਸਿਰਫ ਇਹਨਾਂ ਸਾਨੂੰ ਖਾਦ ਨਹੀਂ ਦਿੱਤੀ, ਬਲਕਿ ਇਹਨਾਂ ਆ ਕੇ ਉਹ ਪਿੱਛੇ ਦੇਖੋ ਬੰਦਾ ਸੈਂਪਲ ਕਰ ਰਿਹਾ, ਜ਼ਮੀਨ ਦੇ ਟੈਸਟ ਹੋਣਗੇ, ਖਾਦ ਪਾਉਣ ਦਾ ਤਰੀਕਾ ਸਾਨੂੰ ਬਿਹਤਰ ਤੋਂ ਬਿਹਤਰ ਦੱਸਣਗੇ। ਉਸ ਤੋਂ ਇਲਾਵਾ ਇਹਨਾਂ ਸਾਡੇ ਟਿਊਬਵੈਲ ਦਾ ਜਿਹੜਾ ਪਾਣੀ ਹੈ ਉਹ ਲਿਆ, ਉਹਦੇ ਟੈਸਟ ਹੋਣਗੇ। ਸਾਰੇ ਟੈਸਟ ਹੋ ਕੇ, ਸਾਰੀ ਕੈਲਕੂਲੇਸ਼ਨ ਹੋ ਕੇ ਉਸ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚਾਂਗੇ ਕਿ ਕਿੰਨੀ ਖਾਦ, ਔਰ ਖਾਸ ਤੌਰ ਤੇ ਖਾਦ ਤੇ ਚਲੋ ਸਾਡੇ ਕੋਲ ਆ ਗਈ, ਲੇਕਿਨ ਇਹਨੂੰ ਕਿਸ ਤਰੀਕੇ ਨਾਲ ਪਾਣਾ, ਸਾਡੀ ਜ਼ਮੀਨ ਨੂੰ ਕਿਹੜੀ ਖਾਦ ਦੀ ਕਿੰਨੀ ਜ਼ਰੂਰਤ ਹੈ। ਸੈਂਪਲ ਬਿਲਕੁਲ ਫ੍ਰੀ ਨੇ, ਇਹ ਸਾਰਾ ਕੁਝ ਫ੍ਰੀ ਹੈ। ਅਸੀਂ ਫਾਤਮਾ ਫਰਟੀਲਾਈਜ਼ਰ ਦਾ ਸ਼ੁਕਰੀਆ ਅਦਾ ਕਰਨੇ ਆ ਜਿਹੜੇ ਕਿ ਕਿਸਾਨਾਂ ਵਾਸਤੇ ਇਸ ਤਰ੍ਹਾਂ ਦੇ ਛੋਟੇ ਛੋਟੇ ਇਵੈਂਟ ਉਹ ਲੈ ਕੇ ਆ ਰਹੇ ਨੇ, ਜਿਨ੍ਹਾਂ ਦੇ ਨਾਲ ਕਿ ਕਿਸਾਨਾਂ ਦਾ ਫਾਇਦਾ ਹੋਏਗਾ। ਕਿਉਂਕਿ ਅੱਜ ਕੱਲ੍ਹ ਜਿਹੜਾ ਜ਼ਿਮੀਂਦਾਰ ਹੈ ਤੇ ਕਿਸਾਨ ਹੈ ਉਹ ਬਹੁਤ ਜ਼ਿਆਦਾ ਅੱਛੇ ਪ੍ਰੋਫਿਟ ਵਿੱਚ ਨਹੀਂ, ਤੇ ਉਹਦੀ ਮਾਸ਼ੀ ਹਾਲਤ ਜਿਹੜੀ ਉਹ ਬਹੁਤ ਜ਼ਿਆਦਾ ਅੱਛੀ ਨਹੀਂ। ਉਮੀਦ ਕਰਨੇ ਆ ਕਿ ਇਨਸ਼ਾਅੱਲਾ ਇਸ ਐਕਸਪੈਰੀਮੈਂਟ ਤੋਂ ਬਾਅਦ ਸਾਨੂੰ ਸਿੱਖਣ ਦਾ ਮੌਕਾ ਮਿਲੇਗਾ, ਜਿਹਦੇ ਨਾਲ ਸਾਡੀ ਪੈਦਾਵਾਰ ਵੀ ਵਧੇਗੀ ਤੇ ਇਨਸ਼ਾਅੱਲਾ ਸਾਡੇ ਵੇਖਣ ਵਾਲੇ ਜ਼ਿਮੀਂਦਾਰ ਭਾਈਆਂ ਨੂੰ ਵੀ ਫਾਇਦਾ ਹੋਏਗਾ। ਅੱਲਾਹ ਹਾਫਿਜ਼, ਬਹੁਤ ਸ਼ੁਕਰੀਆ ਸਰ।